ਹੈਲੋ ਸਟੂਡੈਂਟਸ। ਇਸ ਵੀਡੀਓ ਲੈਕਚਰ ਵਿੱਚ ਆਪਾਂ 4th ਚੈਪਟਰ ਹਿਸਟਰੀ ਦਾ ਕਰਨ ਜਾ ਰਹੇ ਹਾਂ, ਦ ਸੈਂਟਰਲ ਇਸਲਾਮਿਕ ਲੈਂਡਸ। ਮੈਂ ਇਸ ਚੈਪਟਰ ਦੀ ਲਾਈਨ ਟੂ ਲਾਈਨ ਪੰਜਾਬੀ ਕਰਾਂਗਾ ਅਤੇ ਮੈਂ ਤੁਹਾਨੂੰ ਇਹ ਸੁਜੈਸਟ ਕਰਾਂਗਾ ਕਿ ਤੁਸੀਂ ਆਪਣੇ ਸਾਹਮਣੇ ਆਪਣੀ ਹਿਸਟਰੀ ਦੀ ਬੁੱਕ 11th ਕਲਾਸ ਦੀ ਜੋ ਹਿਸਟਰੀ ਦੀ ਬੁੱਕ ਹੈ, ਟੈਕਸਟ ਬੁੱਕ ਥੀਮਸ ਇਨ ਵਰਲਡ ਹਿਸਟਰੀ, ਉਸ ਨੂੰ ਖੋਲ ਕੇ ਰੱਖੋ ਤਾਂ ਜੋ ਤੁਹਾਨੂੰ ਲਾਈਨ ਟੂ ਲਾਈਨ ਇੰਗਲਿਸ਼ ਟੂ ਪੰਜਾਬੀ ਸਮਝਣ ਦੇ ਵਿੱਚ ਆਸਾਨੀ ਰਹੇ। ਓਕੇ ਸਟੂਡੈਂਟਸ, ਵੀ ਆਰ ਗੋਇੰਗ ਟੂ ਸਟਾਰਟ। ਜਦੋਂ ਅਸੀਂ 21ਵੀਂ ਸਦੀ ਵਿੱਚ ਪੈਰ ਰੱਖਿਆ ਤਾਂ ਦੁਨੀਆ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਮੁਸਲਿਮ ਆਬਾਦੀ ਲਗਭਗ 1 ਬਿਲੀਅਨ ਸੀ। ਇਹ ਲੋਕ ਅਲੱਗ-ਅਲੱਗ ਰਾਸ਼ਟਰਾਂ ਦੇ ਸਨ, ਅਲੱਗ-ਅਲੱਗ ਭਾਸ਼ਾਵਾਂ ਬੋਲਦੇ ਸਨ ਤੇ ਪਹਿਰਾਵਾ ਵੀ ਇਹਨਾਂ ਦਾ ਅਲੱਗ-ਅਲੱਗ ਸੀ। ਜਿਨ੍ਹਾਂ ਸਥਿਤੀਆਂ ਅਤੇ ਹਾਲਾਤਾਂ ਵਿੱਚ ਇਹ ਮੁਸਲਮਾਨ ਬਣੇ, ਉਹ ਵੀ ਸਾਰਿਆਂ ਦੇ ਅਲੱਗ-ਅਲੱਗ ਹਾਲਾਤ ਸਨ। ਫਿਰ ਵੀ ਇਸਲਾਮ ਧਰਮ ਦੀਆਂ ਜੜ੍ਹਾਂ ਕਾਫੀ ਮਜ਼ਬੂਤ ਹਨ ਤੇ ਸਭ ਤੋਂ ਪਹਿਲਾਂ ਅਰੇਬੀਅਨ ਪੈਨਨਸੂਲਾ ਵਿੱਚ ਇਹਨਾਂ ਬਾਰੇ ਪਤਾ ਲੱਗਣਾ ਸ਼ੁਰੂ ਹੋਇਆ। ਇਸ ਲੈਸਨ ਵਿੱਚ ਆਪਾਂ ਇਸਲਾਮ ਧਰਮ ਦੀ ਸ਼ੁਰੂਆਤ ਤੇ ਉਸ ਦਾ ਅੱਗੇ ਕਿਵੇਂ ਵਿਸਥਾਰ ਹੋਇਆ ਇਸ ਦੇ ਬਾਰੇ ਪੜ੍ਹਾਂਗੇ। ਇਹ ਸਮਾਂ 600 ਤੋਂ 1200 ਸੀਈ ਦਾ ਸੀ। ਸੀਈ ਕੀ ਹੁੰਦਾ ਹੈ? ਕਾਮਨ ਏਰਾ, ਜੋ ਸਮਾਂ ਹੁਣ ਚੱਲ ਰਿਹਾ ਹੈ। ਇਸ ਦੇ ਬਾਰੇ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜਦ ਜੀਸਸ ਕ੍ਰਾਈਸਟ ਦਾ ਜਨਮ ਹੋਇਆ, ਉਸ ਤੋਂ ਪਹਿਲਾਂ ਦੇ ਸਮੇਂ ਨੂੰ BCE ਮੰਨ ਲਿਆ ਜਾਂਦਾ ਹੈ, ਬਿਫੋਰ ਕਾਮਨ ਏਰਾ, ਤੇ ਉਸ ਤੋਂ ਬਾਅਦ ਦੇ ਸਮੇਂ ਨੂੰ, ਜੀਸਸ ਕ੍ਰਾਈਸਟ ਦੇ ਜਨਮ ਤੋਂ ਬਾਅਦ ਦੇ ਸਮੇਂ ਨੂੰ ਕੀ ਮੰਨ ਲਿਆ ਜਾਂਦਾ ਹੈ? ਕਾਮਨ ਏਰਾ। ਉਸ ਤੋਂ ਪਹਿਲਾਂ ਦੇ ਨੂੰ BCE, ਬਿਫੋਰ ਕਾਮਨ ਏਰਾ। ਕਲੀਅਰ? ਹੁਣ ਦਾ ਜੋ ਸਮਾਂ ਚੱਲ ਰਿਹਾ ਹੈ ਇਹ ਵੀ CE ਹੈ। ਜਿਵੇਂ ਹੁਣ 2020 ਚੱਲ ਰਿਹਾ ਹੈ, 2020 ਚੱਲ ਰਿਹਾ ਹੈ, ਇਸ ਦੇ ਨਾਲ ਵੀ ਆਪਾਂ ਕੀ ਲਾਵਾਂਗੇ? 2020 CE, ਕਾਮਨ ਏਰਾ। ਕਲੀਅਰ? ਇੱਥੇ ਆਪਾਂ ਇਸਲਾਮ ਧਰਮ ਦੀ ਵਰਤੋਂ ਇਕੱਲੇ ਧਾਰਮਿਕ ਪੱਖ ਤੋਂ ਹੀ ਨਹੀਂ ਕਰ ਰਹੇ, ਬਲਕਿ ਉਸ ਸਾਰੇ ਸੱਭਿਆਚਾਰਕ ਪੱਖ ਤੋਂ ਵੀ ਕਰ ਰਹੇ ਹਾਂ ਜੋ ਲੋਕ ਉਸ ਸਮੇਂ ਇਸਲਾਮ ਨਾਲ ਜੁੜੇ ਹੋਏ ਸਨ। ਕੱਲਾ ਇਹ ਨਹੀਂ ਕਿ ਅਸੀਂ ਸਿਰਫ ਇਸਲਾਮ ਧਰਮ ਬਾਰੇ ਹੀ ਗੱਲ ਕਰ ਰਹੇ ਹਾਂ, ਹੋਰ ਲੋਕ ਵੀ ਜਿਹੜੇ ਇਸ ਧਰਮ ਦੇ ਨਾਲ ਹੋਰ ਲੋਕ ਜੁੜੇ ਹੋਏ ਸਨ, ਹੋਰ ਕਈ ਪੱਖ ਇਸ ਧਰਮ ਦੇ ਨਾਲ ਇਸ ਸਮੇਂ ਵਿੱਚ ਜੋ ਹੋਰ ਕਈ ਪੱਖ ਸਨ, ਉਹਨਾਂ ਸਾਰਿਆਂ ਬਾਰੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਹੋ ਜਿਹਾ ਉਸ ਸਮੇਂ ਮਾਹੌਲ ਸੀ, ਕਿਸ ਤਰ੍ਹਾਂ ਦਾ ਸਮਾਜ ਸੀ, ਇਹ ਸਾਰੇ ਬਾਰੇ ਪੜਾਂਗੇ। ਇਹ ਨਹੀਂ ਸੀ ਕਿ ਜੋ ਵੀ ਮੁਸਲਿਮ ਸਮਾਜ ਵਿੱਚ ਹੋ ਰਿਹਾ ਹੈ ਇਕੱਲਾ ਉਹੀ ਜਾਂ ਉਹ ਧਰਮ ਨਾਲ ਹੀ ਸੰਬੰਧਿਤ ਸੀ, ਪਰ ਇਹ ਇੱਕ ਇਹੋ ਜਿਹੇ ਸਮਾਜ ਵਿੱਚ ਹੋਇਆ ਜਿੱਥੇ ਮੁਸਲਿਮ ਤੇ ਉਹਨਾਂ ਦਾ ਵਿਸ਼ਵਾਸ ਧਾਰਮਿਕ ਤੌਰ ਤੇ ਕਾਫੀ ਪਾਵਰਫੁਲ ਸੀ। ਪਰ ਇਹ ਕਹਿ ਸਕਦੇ ਹਾਂ ਜਿਵੇਂ ਅਸੀਂ ਕਿ ਮੁਸਲਿਮ ਸਮਾਜ ਦਾ ਕਾਫੀ ਦਬਦਬਾ ਸੀ ਉਦੋਂ, ਨਾਨ ਮੁਸਲਿਮ ਵੀ ਇਸ ਸਮਾਜ ਦਾ ਹਿੱਸਾ ਰਹੇ ਹਨ। ਸਾਨੂੰ ਸੈਂਟਰਲ ਇਸਲਾਮਿਕ ਲੈਂਡਸ ਦੇ ਬਾਰੇ ਜ਼ਿਆਦਾਤਰ ਜਾਣਕਾਰੀ ਕ੍ਰੋਨੀਕਲਸ ਤੋਂ ਮਿਲਦੀ ਹੈ। ਇਹ ਇਤਿਹਾਸ 600 CE ਤੋਂ 1200 CE ਦੇ ਵਿਚਕਾਰ ਦਾ ਹੈ। ਮੁਸਲਿਮ ਸਮਾਜ ਬਾਰੇ ਅਸੀਂ ਪੜ੍ਹ ਰਹੇ ਹਾਂ। ਕ੍ਰੋਨੀਕਲਸ ਕੀ ਹੁੰਦੇ ਹੈ ਕਿ ਜੋ ਘਟਨਾਵਾਂ ਉਸ ਸਮੇਂ ਹੋਈਆਂ ਉਹਨਾਂ ਬਾਰੇ ਇਹਨਾਂ ਵਿੱਚ ਦੱਸਿਆ ਗਿਆ ਸੀ। ਕੁਝ ਜਾਣਕਾਰੀ ਸਾਨੂੰ ਬਾਇਓਗ੍ਰਾਫੀਜ਼ ਜੋ ਮਿਲੀਆਂ ਹਨ ਉਹਨਾਂ ਤੋਂ ਵੀ ਮਿਲਦੀ ਹੈ। ਬਾਇਓਗ੍ਰਾਫੀਜ਼ ਕੀ ਹੁੰਦੀਆਂ? ਜੋ ਕਿਸੇ ਦੇ ਜੀਵਨ ਬਾਰੇ ਕੋਈ ਲਿਖਤ ਲਿਖੀ ਜਾਵੇ, ਉਹਨੂੰ ਬਾਇਓਗ੍ਰਾਫੀ ਕਹਿੰਦੇ ਆ। ਆਪਣੇ ਜੀਵਨ ਬਾਰੇ ਆਪਾਂ ਲਿਖੀਏ ਤਾਂ ਆਟੋਬਾਇਓਗ੍ਰਾਫੀ ਕਹਿ ਦਿੰਦੇ ਆ। ਇਹਨਾਂ ਬਾਇਓਗ੍ਰਾਫੀਜ਼ ਨੂੰ ਕੀ ਕਿਹਾ ਜਾਂਦਾ ਸੀ? ਸਿਰਾ ਵੀ ਕਿਹਾ ਜਾਂਦਾ ਸੀ। ਜੋ ਮਹਾਨ ਲੋਕ ਸਨ ਸਮਾਜ ਦੇ, ਉਹਨਾਂ ਦੀਆਂ ਕਹਾਵਤਾਂ ਵਗੈਰਾ ਮਿਲੀਆਂ ਹਨ, ਜਿਸ ਨੂੰ ਹੈਦਿਅਤ ਕਿਹਾ ਜਾਂਦਾ ਹੈ। ਜਾਂ ਕੁਰਾਨ ਦੇ ਬਾਰੇ ਜੋ ਗੱਲਾਂ ਲੋਕਾਂ ਨੇ ਉਸ ਸਮੇਂ ਦੱਸੀਆਂ ਗਈਆਂ ਲੋਕਾਂ ਦੁਆਰਾ, ਉਸ ਦੇ ਵੀ ਰਿਕਾਰਡ ਸਾਨੂੰ ਮਿਲਦੇ ਹਨ, ਉਹਨਾਂ ਨੂੰ ਤਫਸੀਰ ਕਹਿੰਦੇ ਸੀ। ਜ਼ਿਆਦਾਤਰ ਜੋ ਕ੍ਰੋਨੀਕਲਸ ਮਿਲੇ ਹਨ ਉਹ ਅਰੈਬਿਕ ਲੈਂਗੁਏਜ ਵਿੱਚ ਹਨ। ਇਸ ਵਿੱਚ ਸਭ ਤੋਂ ਵਧੀਆ ਕੀ ਮਿਲਿਆ ਹੈ? ਤਾਰੀਖ ਆਫ ਤਬਾਰੀ ਹੈ ਜਿਸ ਦਾ ਨਾਮ। ਇਸ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕੀਤਾ ਗਿਆ, ਅਲੱਗ-ਅਲੱਗ 38 ਵੋਲਿਊਮਸ ਵਿੱਚ ਇਸ ਨੂੰ ਇੰਗਲਿਸ਼ ਵਿੱਚ ਟਰਾਂਸਲੇਟ ਕੀਤਾ ਗਿਆ ਸੀ। ਪਰਸ਼ੀਅਨ ਲੈਂਗੁਏਜ ਵਿੱਚ ਵੀ ਕ੍ਰੋਨੀਕਲਸ ਮਿਲੇ ਹਨ, ਪਰ ਉਹ ਘੱਟ ਮਿਲੇ ਹਨ, ਪਰ ਡਿਟੇਲ ਵਿੱਚ ਉਹ ਬਹੁਤ ਜ਼ਿਆਦਾ ਹਨ। ਕ੍ਰੋਨੀਕਲਸ ਤੋਂ ਇਲਾਵਾ ਜੋ ਲੀਗਲ ਟੈਕਸਸ ਵੀ ਮਿਲੇ ਹਨ, ਜਿਓਗ੍ਰਾਫੀ ਜੋ ਵਰਕ ਹੈ ਜਿਓਗ੍ਰਾਫੀਕਲ, ਉਹ ਵੀ ਮਿਲਿਆ ਹੈ। ਸਟੋਰੀਜ਼ ਵਗੈਰਾ ਮਿਲੀਆਂ ਹਨ ਉਸ ਸਮੇਂ ਦੀਆਂ। ਟਰੈਵਲਰ ਜੋ ਆਏ, ਯਾਤਰੀ ਆਏ ਉਸ ਸਮੇਂ, ਉਹਨਾਂ ਨੇ ਜੋ ਇਸਲਾਮ ਧਰਮ ਬਾਰੇ ਲਿਖਿਆ ਉਸ ਤੋਂ ਵੀ ਸਾਨੂੰ ਕਾਫੀ ਕੁਝ ਪਤਾ ਲੱਗਦਾ ਹੈ, ਉਹ ਮਿਲਿਆ ਹੈ। ਕੁਝ ਡਾਕੂਮੈਂਟਰੀ ਐਵੀਡੈਂਸ ਵੀ ਮਿਲੇ ਹਨ, ਜਿਵੇਂ ਕਿ ਆਫੀਸ਼ੀਅਲ ਆਰਡਰਸ ਵਗੈਰਾ ਹੋ ਗਏ, ਜੋ ਉਸ ਸਮੇਂ ਤੇ ਆਫੀਸ਼ੀਅਲ ਆਰਡਰਸ ਦਿੱਤੇ ਜਾਂਦੇ ਸੀ, ਉਹ ਹੋ ਗਏ, ਉਹ ਮਿਲੇ ਹਨ। ਜਾਂ ਆਪਸ ਵਿੱਚ ਲੋਕ ਜੋ ਇੱਕ ਦੂਜੇ ਨੂੰ ਲਿਖਦੇ ਸਨ, ਇਹ ਰਿਕਾਰਡ ਵੀ ਮਿਲੇ ਹਨ। ਇਹ ਜੋ ਡਾਕੂਮੈਂਟਰੀ ਸਬੂਤ ਕਾਫੀ ਭਰੋਸੇਯੋਗ ਮੰਨੇ ਜਾਂਦੇ ਹਨ,
ਜੋ ਵੀ ਸਾਨੂੰ ਡਾਕੂਮੈਂਟਸ ਮਿਲੇ ਹਨ, ਕਾਫੀ ਭਰੋਸੇਯੋਗ ਮੰਨੇ ਜਾਂਦੇ ਹਨ ਇਹ ਇਤਿਹਾਸ ਲਿਖਣ ਲਈ, ਕਿਉਂਕਿ ਇਹ ਕਿਸੇ ਖਾਸ ਬੰਦੇ ਨਾਲ ਇਹ ਸੰਬੰਧਿਤ ਨਹੀਂ ਹੁੰਦੇ ਸਨ। ਇਸ ਲਈ ਇਹ ਕੀ ਹੈ, ਕਾਫੀ ਭਰੋਸੇਯੋਗ ਮੰਨੇ ਜਾਂਦੇ ਹਨ ਤੇ ਇਹਨਾਂ ਤੋਂ ਸਹੀ ਜਾਣਕਾਰੀ ਮਿਲ ਜਾਂਦੀ ਹੈ ਸਾਨੂੰ। ਕੁਝ ਸਬੂਤ ਇਸਲਾਮ ਧਰਮ ਬਾਰੇ ਸਿੱਕਿਆਂ ਤੋਂ ਜਾਂ ਇਨਸਕ੍ਰਿਪਸ਼ਨ ਦੀ ਸਟੱਡੀ ਤੋਂ ਵੀ ਪਤਾ ਲੱਗਿਆ ਹੈ ਸਾਨੂੰ। ਉਸ ਸਮੇਂ ਦੇ 600 ਤੋਂ 1200 ਸੀਈ ਦੇ ਸਮੇਂ ਦੇ ਇਸਲਾਮ ਧਰਮ ਬਾਰੇ ਕਾਫੀ ਕੁਝ ਸਿੱਕਿਆਂ ਤੋਂ ਜਾਂ ਇਨਸਕ੍ਰਿਪਸ਼ਨਸ ਕੀ ਹੁੰਦੀਆਂ, ਜੋ ਪੱਥਰਾਂ ਵਗੈਰਾ ਉੱਤੇ ਘੜ ਕੇ ਕੁਝ ਲਿਖਿਆ ਜਾਂਦਾ, ਉਸ ਨੂੰ ਇਨਸਕ੍ਰਿਪਸ਼ਨਸ ਕਹਿੰਦੇ ਹਨ। ਇਹ ਛੇਤੀ ਛੇਤੀ ਖਰਾਬ ਨਹੀਂ ਹੁੰਦੀਆਂ ਤੇ ਉਹਨਾਂ ਤੋਂ ਵੀ ਸਾਨੂੰ ਕੀ ਹੈ ਵੀ ਕਾਫੀ ਕੁਝ ਜਾਣਕਾਰੀ ਇਸਲਾਮ ਧਰਮ ਬਾਰੇ ਮਿਲ ਗਈ ਹੈ। ਜੋ ਪ੍ਰੋਪਰ ਹਿਸਟਰੀ ਲਿਖਣੀ ਸ਼ੁਰੂ ਹੋਈ ਇਸਲਾਮ ਧਰਮ ਬਾਰੇ, ਉਹ 19ਵੀਂ ਸਦੀ ਤੋਂ ਸ਼ੁਰੂ ਹੋਈ ਸੀ। ਇਹ ਜਰਮਨੀ ਤੇ ਨੀਦਰਲੈਂਡ ਦੇ ਇੱਕ ਯੂਨੀਵਰਸਿਟੀ ਪ੍ਰੋਫੈਸਰ ਨੇ ਲਿਖਣੀ ਸ਼ੁਰੂ ਕੀਤੀ ਸੀ। ਕ੍ਰਿਸਚਨ ਪਾਦਰੀਆਂ ਨੇ ਵੀ ਇਸਲਾਮ ਦੇ ਇਤਿਹਾਸ ਬਾਰੇ ਲਿਖਣਾ ਸ਼ੁਰੂ ਕੀਤਾ, ਕਿਉਂਕਿ ਉਹ ਕ੍ਰਿਸਚੈਨਿਟੀ ਤੇ ਇਸਲਾਮ ਵਿੱਚ ਤੁਲਨਾ ਕਰਨੀ ਚਾਹੁੰਦੇ ਸੀ। ਨੈਕਸਟ ਪੁਆਇੰਟ ਦੇਖੋ ਬੇਟੇ, ਦ ਰਾਈਜ਼ ਆਫ ਇਸਲਾਮ ਇਨ ਅਰੇਬੀਆ, ਵੀ ਇਸਲਾਮ ਦਾ ਪੂਰੀ ਤਰ੍ਹਾਂ ਵਿਸਥਾਰ ਕਿਵੇਂ ਹੋਇਆ, ਅੱਗੇ ਵਧਿਆ ਫੁੱਲਿਆ ਕਿਵੇਂ ਅਰੇਬੀਆ ਦੇ ਵਿੱਚ, ਲੋਕਾਂ ਦੇ ਵਿਸ਼ਵਾਸ ਕਿਹੋ ਜਿਹੇ ਸੀ, ਫੇਥ ਕਮਿਊਨਿਟੀ ਸਮਾਜ ਕਿਹੋ ਜਿਹਾ ਸੀ, ਐਂਡ ਪੋਲਿਟਿਕਸ ਅਤੇ ਰਾਜਨੀਤੀ ਉੱਥੇ ਕਿਹੋ ਜਿਹੀ ਸੀਗੀ। 612 ਤੋਂ 32 ਤੱਕ ਪ੍ਰੋਫਿਟ ਮੁਹੰਮਦ ਨੇ ਇੱਕ ਗੋਡ ਅੱਲਾ ਦੀ ਪੂਜਾ ਉੱਤੇ ਜ਼ੋਰ ਦਿੱਤਾ। ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਇੱਕ ਅੱਲਾ ਨੂੰ ਮੰਨਣਾ ਹੈ, ਇੱਕ ਗੋਡ ਨੂੰ ਮੰਨਣਾ ਹੈ ਤੇ ਮੰਨਣ ਵਾਲਿਆਂ ਦਾ ਇੱਕ ਸਮਾਜ ਹੋਵੇ। ਉਸ ਦਾ ਕੀ ਨਾਮ ਰੱਖਿਆ ਗਿਆ, ਉਮਾ। ਇਸ ਇਸਲਾਮ ਦੀ ਸ਼ੁਰੂਆਤ ਸੀ ਇਹ ਜੋ ਇਸ ਦੇ ਨਾਲ ਕੀ ਹੋਈ, ਇਸਲਾਮ ਧਰਮ ਦੀ ਸ਼ੁਰੂਆਤ ਹੋ ਗਈ। ਮੁਹੰਮਦ ਦੀ ਭਾਸ਼ਾ ਅਰੈਬਿਕ ਸੀ ਤੇ ਉਹ ਇੱਕ ਵਪਾਰੀ ਸਨ। 6ਵੀਂ ਸਦੀ ਦਾ ਜੋ ਅਰੈਬਿਕ ਕਲਚਰ ਸੀ, ਭਾਵ ਅਰਬ ਲੋਕ ਸਨ, ਉਹ ਅਰੇਬੀਅਨ ਪੈਨਨਸੂਲਾ, ਸਾਊਦਰਨ ਸੀਰੀਆ ਤੇ ਮੈਸੋਪਟਾਮੀਆ ਵਿੱਚ ਰਹਿੰਦੇ ਸਨ ਤੇ ਉੱਥੇ ਤੱਕ ਹੀ ਇਹ ਸੀਮਿਤ ਸੀ। ਅਰਬ ਲੋਕ ਕਬੀਲਿਆਂ ਵਿੱਚ ਵੰਡੇ ਹੋਏ ਸਨ। ਜੋ ਇਹ ਮੁਸਲਮਾਨ ਲੋਕ ਸਨ, ਕਬੀਲੇ ਸਨ ਇਹਨਾਂ ਦੇ ਕਈ। ਹਰ ਇੱਕ ਕਬੀਲੇ ਦਾ ਇੱਕ ਮੁਖੀਆ ਹੁੰਦਾ ਸੀ। ਉਹ ਉਸਦੇ ਆਪਣੇ ਪਰਿਵਾਰ ਨਾਲ ਸੰਬੰਧਾਂ ਦੇ ਆਧਾਰ ਉੱਤੇ ਜਾਂ ਉਸਦੇ ਨਿੱਜੀ ਗੁਣਾਂ ਦੇ ਆਧਾਰ ਉੱਤੇ ਚੁਣਿਆ ਜਾਂਦਾ ਸੀ ਕਿ ਇਹ ਵਿਅਕਤੀ ਕਿਹੋ ਜਿਹਾ ਹੈ। ਉਸਨੂੰ ਇੱਕ ਯੋਗ ਵਿਅਕਤੀ ਨੂੰ ਹੀ ਕਬੀਲੇ ਦਾ ਮੁਖੀਆ ਚੁਣਿਆ ਜਾਂਦਾ ਸੀ। ਹਰ ਕਬੀਲੇ ਦੇ ਆਪਣੇ ਦੇਵੀ ਦੇਵਤੇ ਹੁੰਦੇ ਸੀ, ਜਿਸ ਦੀ ਪੂਜਾ ਉਹ ਸ਼ੈਰਾਇਨ ਭਾਵ ਧਾਰਮਿਕ ਸਥਾਨਾਂ ਤੇ ਕਰਦੇ ਸੀ। ਧਾਰਮਿਕ ਸਥਾਨਾਂ ਨੂੰ ਉਹ ਸ਼ੈਰਾਇਨ ਕਹਿੰਦੇ ਸੀ। ਬਹੁਤ ਸਾਰੇ ਅਰਬ ਕਬੀਲੇ ਭੋਜਨ ਦੀ ਭਾਲ ਵਿੱਚ ਮਾਰੂਥਲਾਂ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਰਹਿੰਦੇ ਸੀ। ਕੁਝ ਸ਼ਹਿਰਾਂ ਵਿੱਚ ਵੀ ਜਾ ਕੇ ਸੈੱਟ ਹੋ ਗਏ ਸੀ ਤੇ ਉਹਨਾਂ ਨੇ ਖੇਤੀਬਾੜੀ ਅਤੇ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਮੁਹੰਮਦ ਦਾ ਆਪਣਾ ਕਬੀਲਾ ਕੁਰਾਇਸ਼ ਸੀ, ਜੋ ਕਿ ਮੱਕਾ ਵਿੱਚ ਰਹਿੰਦੇ ਸੀ ਮੁਹੰਮਦ, ਅਤੇ ਉੱਥੋਂ ਦੀ ਮੁੱਖ ਮਸਜਿਦ ਦੀ ਦੇਖਭਾਲ ਕਰਦੇ ਸੀ। ਉਹ ਮਸਜਿਦ ਇੱਕ ਕਿਊਬ ਵਰਗੀ ਸਟਰਕਚਰ ਦੀ ਸੀ। ਇਹ ਜੋ ਮਸਜਿਦ ਸੀ ਨਾ, ਜੋ ਮੱਕਾ ਵਿੱਚ ਸੀ, ਕਿਊਬ ਇੱਕ ਚੌਰਸ ਸਟਰਕਚਰ ਦੀ ਸੀ, ਜਿਸ ਨੂੰ ਕਾਬਾ ਕਹਿੰਦੇ ਸੀ। ਉੱਥੇ ਉਹਨਾਂ ਦੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖੀਆਂ ਜਾਂਦੀਆਂ ਸੀ। ਹੋਰ ਜੋ ਕਬੀਲੇ ਸੀ ਮੱਕੇ ਤੋਂ ਬਾਹਰ ਦੇ ਸੀ, ਉਹ ਵੀ ਕਾਬਾ ਨੂੰ ਕੀ ਹੈ, ਇੱਕ ਪਵਿੱਤਰ ਜਗ੍ਹਾ ਮੰਨਦੇ ਸੀ। ਉਹਨਾਂ ਨੇ ਵੀ ਆਪਣੇ ਪੀਰ ਪੈਗੰਬਰਾਂ ਦੀਆਂ ਮੂਰਤੀਆਂ ਇਸ ਮਸਜਿਦ ਵਿੱਚ ਲਿਆ ਕੇ ਰੱਖ ਦਿੱਤੀਆਂ। ਇੱਥੇ ਹਰ ਸਾਲ ਉਹ ਤੀਰਥ ਯਾਤਰੀਆਂ ਦੇ ਤੌਰ ਤੇ ਆਉਂਦੇ ਸੀ। ਇਸ ਨੂੰ ਉਹ ਹੱਜ ਕਹਿੰਦੇ ਸੀ। ਇਹ ਜੋ ਇੱਕ ਪੂਜਾ ਕਰਨ ਇੱਥੇ ਆਉਂਦੇ ਤੀਰਥ ਯਾਤਰੀਆਂ ਦੇ ਤੌਰ ਤੇ ਕਾਬਾ ਵਿੱਚ ਆਉਂਦੇ, ਤਾਂ ਇਸ ਨੂੰ ਉਹ ਕੀ ਕਹਿੰਦੇ, ਇੱਕ ਹੱਜ ਕਹਿੰਦੇ ਹੁੰਦੇ ਸੀ ਇਸ ਯਾਤਰਾ ਨੂੰ। ਮੱਕਾ, ਯਮਨ ਤੇ ਸੀਰੀਆ ਦੇ ਵਿਚਕਾਰ ਦਾ ਜੋ ਟ੍ਰੇਡ ਰੂਟ ਸੀ, ਉੱਥੇ ਸਥਿਤ ਸੀ ਮੱਕਾ। ਯਮਨ ਅਤੇ ਸੀਰੀਆ ਦੇ ਵਿਚਕਾਰ ਦਾ ਜੋ ਟ੍ਰੇਡ ਰੂਟ ਸੀ, ਮੱਕਾ ਉੱਥੇ ਸਥਿਤ ਸੀ। ਇਸੇ ਲਈ ਮੱਕਾ ਦੀ ਮਹੱਤਤਾ ਹੋਰ ਵੱਧ ਗਈ। ਮੱਕਾ ਵਿੱਚ ਹਿੰਸਾ ਉੱਤੇ ਪੂਰੀ ਤਰ੍ਹਾਂ ਮਨਾਹੀ ਸੀ ਤੇ ਇਹ ਕਿਹਾ ਜਾਂਦਾ ਸੀ ਕਿ ਜੋ ਵੀ ਇੱਥੇ ਆਵੇਗਾ ਉਸ ਦੀ ਪੂਰੀ ਰੱਖਿਆ ਕੀਤੀ ਜਾਵੇਗੀ, ਕਿਉਂਕਿ ਇੱਥੇ ਕੋਈ ਵੀ ਹਿੰਸਾ ਨਹੀਂ ਹੁੰਦੀ ਸੀ। ਵਪਾਰ ਅਤੇ ਤੀਰਥ ਯਾਤਰਾਵਾਂ ਕਰਕੇ ਲੋਕਾਂ ਨੂੰ ਇੱਕ ਦੂਜੇ ਨਾਲ ਮਿਲਣ ਦਾ ਅਤੇ ਉਹਨਾਂ ਨੂੰ ਸਮਝਣ ਦਾ ਮੌਕਾ ਮਿਲ ਗਿਆ। ਦੇਖੋ, ਜਿਵੇਂ ਇਸ ਤਰ੍ਹਾਂ ਮੱਕਾ ਵਿੱਚ ਆਉਂਦੇ ਉਹ ਲੋਕ ਜੋ ਕਿ ਇਸ ਤੀਰਥ ਸਥਾਨ ਤੇ ਆਪਣੇ ਆਉਂਦੇ। ਕਾਬਾ ਜਿਸ ਨੂੰ ਕਿਹਾ ਜਾਂਦਾ ਸੀ, ਇੱਕ ਜਿਵੇਂ ਮੈਂ ਤੁਹਾਨੂੰ ਹੁਣੇ ਹੀ ਦੱਸਿਆ ਹੈ ਕਿ ਇਹ ਇੱਕ ਚੌਰਸ ਜਿਹੀ ਸਟਰਕਚਰ, ਕਿਊਬ ਸਟਰਕਚਰ ਸੀ ਕਾਬਾ ਜਿਸ ਨੂੰ ਕਿਹਾ ਗਿਆ। ਇੱਥੇ ਜਦ ਉਹ ਲੋਕ ਆਉਂਦੇ, ਆਪਣੀ ਪੂਜਾ ਕਰਨ ਆਉਂਦੇ, ਹੱਜ ਕਹਿੰਦੇ ਸੀ ਇਸ ਯਾਤਰਾ ਨੂੰ, ਉਹ ਤਾਂ ਆਪਸ ਵਿੱਚ ਉਹ ਕੀ ਆ, ਗੱਲਾਂ ਕਰਦੇ। ਵਪਾਰਕ ਸੰਬੰਧ ਵਧੇ, ਉਹਨਾਂ ਦੇ ਆਪਸੀ ਸੰਬੰਧ ਵਧੇ, ਇੱਕ ਦੂਜੇ ਨੂੰ ਉਹਨਾਂ ਨੇ ਸਮਝਣਾ ਸ਼ੁਰੂ ਕਰ ਦਿੱਤਾ, ਕਿਉਂਕਿ ਇਹ ਦੂਰੋਂ ਦੂਰੋਂ ਇਹ ਲੋਕ ਵਪਾਰ ਕਰਨ ਆਉਂਦੇ ਸਨ।
ਲਗਭਗ 612 ਸੀਈ ਵਿੱਚ ਮੁਹੰਮਦ ਨੇ ਆਪਣੇ ਆਪ ਨੂੰ ਮੈਸੇਂਜਰ ਆਫ ਗॉड ਡਿਕਲੇਅਰ ਕਰ ਦਿੱਤਾ ਤੇ ਕਿਹਾ ਕਿ ਉਹਨਾਂ ਨੂੰ ਅੱਲਾ ਵੱਲੋਂ ਇਹ ਆਰਡਰ ਮਿਲਿਆ ਹੈ ਕਿ ਉਹ ਸਿੱਖਿਆ ਦੇਣ ਕਿ ਸਿਰਫ ਅੱਲਾ ਦੀ ਹੀ ਪੂਜਾ ਕਰਨੀ ਚਾਹੀਦੀ ਹੈ। ਇਸ ਪੂਜਾ ਵਿੱਚ ਸਧਾਰਨ ਗੱਲਾਂ ਹੀ ਸ਼ਾਮਲ ਸਨ, ਜਿਵੇਂ ਕਿ ਹਰ ਰੋਜ਼ ਪ੍ਰਾਰਥਨਾ ਕਰਨੀ ਹੈ ਤੇ ਨੈਤਿਕ ਸਿਧਾਂਤਾਂ ਦੀ ਪਾਲਣਾ ਕਰਨੀ ਹੈ, ਜਿਵੇਂ ਕਿ ਦਾਨ ਦੇਣਾ ਤੇ ਚੋਰੀ ਆਦਿ ਤੋਂ ਦੂਰ ਰਹਿਣਾ ਹੈ। ਮੁਹੰਮਦ ਹੁਣ ਇੱਕ ਇਹੋ ਜਿਹੇ ਸਮਾਜ ਦੀ ਭਾਲ ਵਿੱਚ ਸੀ ਜੋ ਕਿ ਇੱਕ ਤਰ੍ਹਾਂ ਦੇ ਧਾਰਮਿਕ ਵਿਸ਼ਵਾਸ ਵਾਲਾ ਹੋਵੇ। ਮੁਹੰਮਦ ਦੇ ਇਹਨਾਂ ਸਿਧਾਂਤਾਂ ਨੇ ਖਾਸ ਤੌਰ ਤੇ ਮੱਕਾ ਦੇ ਤੇ ਉਹਨਾਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਮੱਕਾ ਦੇ ਜੋ ਉਹ ਲੋਕ ਸਨ, ਕਿਹੜੇ ਲੋਕ ਜੋ ਵਪਾਰ ਤੋਂ ਬਹੁਤਾ ਲਾਭ ਪ੍ਰਾਪਤ ਨਹੀਂ ਕਰ ਰਹੇ ਸੀ, ਇਹੋ ਜਿਹੇ ਲੋਕ ਬਹੁਤ ਆਕਰਸ਼ਿਤ ਹੋਏ ਮੱਕਾ ਦੇ ਮੁਹੰਮਦ ਦੇ ਵੱਲ, ਤੇ ਉਹ ਆਪਣੀ ਪਹਿਚਾਣ ਵਾਸਤੇ ਇੱਕ ਨਵੀਂ ਕਮਿਊਨਿਟੀ ਦੀ ਭਾਲ ਵਿੱਚ ਸਨ, ਜਿਨ੍ਹਾਂ ਨੇ ਹੁਣ ਮੁਹੰਮਦ ਦੇ ਸਿਧਾਂਤਾਂ ਨੂੰ ਅਪਣਾ ਲਿਆ ਤੇ ਉਹਨਾਂ ਨੂੰ ਮੁਸਲਿਮ ਕਿਹਾ ਗਿਆ। ਇਹ ਜੋ ਲੋਕ ਜਿਨ੍ਹਾਂ ਦਾ ਵਪਾਰ ਵਗੈਰਾ ਬਹੁਤਾ ਨਹੀਂ ਸੀ, ਇਹ ਲੋਕ ਜੋ ਅਸੰਤੁਸ਼ਟ ਸਨ, ਇਹ ਮੁਹੰਮਦ ਦੇ ਨਾਲ ਮਿਲ ਗਏ ਅਤੇ ਇੱਕ ਨਵਾਂ ਸਮਾਜ ਬਣਿਆ ਜਿਸ ਨੂੰ ਕਿ ਮੁਸਲਿਮ ਸਮਾਜ ਕਿਹਾ ਗਿਆ। ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਜਦ ਵੀ ਉਹ ਮਰ ਕੇ ਧਰਤੀ ਤੋਂ ਅੱਲਾ ਦੇ ਕੋਲ ਜਾਣਗੇ ਤਾਂ ਉਹਨਾਂ ਦੀ ਮੁਕਤੀ ਪੱਕਾ ਹੀ ਹੋਵੇਗੀ ਤੇ ਧਰਤੀ ਉੱਤੇ ਵੀ ਉਹਨਾਂ ਨੂੰ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਪ੍ਰਾਪਤ ਹੋਣਗੀਆਂ। ਹੁਣ ਇਹਨਾਂ ਲੋਕਾਂ ਨੂੰ ਇੱਕ ਵਿਰੋਧ ਵੀ ਝੱਲਣਾ ਪਿਆ। ਇਹ ਵਿਰੋਧ ਉਹਨਾਂ ਲੋਕਾਂ ਨੇ ਕੀਤਾ ਜੋ ਮੱਕਾ ਵਿੱਚ ਹੋਰ ਲੋਕ ਰਹਿੰਦੇ ਸਨ, ਜੋ ਮੁਹੰਮਦ ਦੇ ਅੰਡਰ ਹਾਲੇ ਨਹੀਂ ਆਏ ਸਨ, ਤੇ ਉਹ ਮੁਹੰਮਦ ਦੇ ਇਸ ਧਰਮ ਨੂੰ, ਇਸਲਾਮ ਧਰਮ ਜੋ ਮੁਹੰਮਦ ਨੇ ਚਲਾਇਆ ਸੀ, ਉਸ ਦੀ ਵਿਰੋਧਤਾ ਕਰਦੇ ਸਨ। ਅਤੇ ਅਜਿਹੇ ਲੋਕ ਜੋ ਮੱਕਾ ਦੇ ਅਜਿਹੇ ਲੋਕ ਸਨ ਜੋ ਮੁਹੰਮਦ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ, ਉਹ ਮੁਹੰਮਦ ਦੇ ਚਲਾਏ ਇਸ ਇਸਲਾਮ ਧਰਮ ਨੂੰ ਇੱਕ ਖਤਰਾ ਮੰਨਦੇ ਸਨ ਸਮਾਜ ਦੇ ਲਈ, ਕਿਉਂਕਿ ਉਹ ਇਸ ਗੱਲ ਦੇ ਵਿਰੁੱਧ ਸਨ ਕਿ ਪੁਰਾਣੇ ਦੇਵੀ ਦੇਵਤਿਆਂ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ ਤੇ ਇੱਕ ਨਵਾਂ ਧਰਮ ਬਣਾ ਲਿਆ ਗਿਆ ਸੀ, ਤੇ ਉਹਨਾਂ ਨੂੰ ਇਹ ਖਤਰਾ ਲੱਗਦਾ ਸੀ ਆਪਣੇ ਸਮਾਜ ਦੇ ਲਈ। 622 ਸੀਈ 622 ਕਾਮਨ ਏਰਾ ਵਿੱਚ ਇਹ ਮੁਹੰਮਦ ਨੂੰ ਕੀ ਹੈ, ਜ਼ਬਰਦਸਤੀ ਮਦੀਨਾ ਭੇਜ ਦਿੱਤਾ ਗਿਆ। ਦੇਖੋ, ਪਹਿਲਾਂ ਮੱਕਾ ਵਿੱਚ ਸੀ ਮੁਹੰਮਦ ਅਤੇ ਹੁਣ ਕੀ ਹੈ, ਮਦੀਨਾ ਭੇਜ ਦਿੱਤਾ ਗਿਆ। ਉਸ ਦੇ ਮੰਨਣ ਵਾਲਿਆਂ ਦੇ ਨਾਲ ਹੀ ਉਸ ਨੂੰ ਮਦੀਨਾ ਭੇਜਿਆ ਗਿਆ। ਮੁਹੰਮਦ ਦੀ ਇਹ ਯਾਤਰਾ ਸੀ ਜੋ ਮੱਕਾ ਤੋਂ ਮਦੀਨਾ ਵੱਲ, ਇਹ ਇਸਲਾਮ ਦੇ ਇਤਿਹਾਸ ਵਿੱਚ ਇੱਕ ਟਰਨਿੰਗ ਪੁਆਇੰਟ ਮੰਨਿਆ ਗਿਆ ਹੈ, ਇੱਕ ਬਹੁਤ ਵੱਡੀ ਘਟਨਾ ਮੰਨੀ ਜਾਂਦੀ ਹੈ ਇਹ। ਜਿਸ ਸਾਲ ਉਹ ਮਦੀਨਾ ਵਿੱਚ ਆਏ, ਉਸ ਸਾਲ ਹੀ ਮੁਸਲਿਮ ਕੈਲੰਡਰ ਦੀ ਸ਼ੁਰੂਆਤ ਵੀ ਹੋਈ ਸੀ। ਹੁਣ ਆਪਾਂ ਥੋੜਾ ਮੁਸਲਿਮ ਕੈਲੰਡਰ ਬਾਰੇ ਪੜ੍ਹਦੇ ਹਾਂ ਕਿ ਇਹ ਮੁਸਲਿਮ ਕੈਲੰਡਰ ਕੀ ਹੈ। ਇਹ ਜੋ ਹਿਜਰੀ ਇਰਾ ਜੋ ਸ਼ੁਰੂ ਹੋਇਆ, ਇਹ ਖਲੀਫਾ ਉਮਰ ਦੇ ਸਮੇਂ ਸ਼ੁਰੂ ਹੋਇਆ ਸੀ ਤੇ ਪਹਿਲਾ ਸਾਲ ਸੀ 622 ਕਾਮਨ ਏਰਾ ਦਾ, ਸੀਈ ਦਾ। ਹਿਜਰੀ ਕੈਲੰਡਰ ਦੀ ਗੱਲ ਕਰ ਰਹੇ ਹਾਂ ਆਪਾਂ। ਇਸ ਵਿੱਚ ਕੀ ਹੈ, ਡੇਟ ਨੂੰ AH ਲਿਖਿਆ ਜਾਂਦਾ ਹੈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਵੇਂ ਹੁਣ ਦੇ ਆਪਾਂ ਸਮੇਂ ਨੂੰ ਕਾਮਨ ਏਰਾ ਲਿਖ ਦਿੰਦੇ ਹਾਂ, ਹਿਜਰੀ ਕੈਲੰਡਰ ਦੇ ਵਿੱਚ AH ਲਿਖਿਆ ਜਾਂਦਾ ਹੈ। ਹਿਜਰੀ ਈਅਰ ਇੱਕ ਲੂਨਰ ਈਅਰ ਹੈ, 354 ਦਿਨਾਂ ਦਾ ਹੁੰਦਾ ਹੈ। ਇਸ ਵਿੱਚ 12 ਮਹੀਨੇ ਹੁੰਦੇ ਹਨ, ਮੁਹਰਮ ਤੋਂ ਦੁਲਹਿਜਾ ਤੱਕ 12 ਮਹੀਨੇ ਹੁੰਦੇ ਹਨ। ਇਹ 12 ਮਹੀਨੇ ਜਾਂ ਤਾਂ 29 ਦਿਨਾਂ ਦੇ ਤੇ ਜਾਂ 30 ਦਿਨਾਂ ਦੇ ਹੁੰਦੇ ਹਨ। ਹਰ ਦਿਨ ਦੀ ਸ਼ੁਰੂਆਤ ਸੂਰਜ ਦੇ ਨਿਕਲਣ ਨਾਲ ਹੁੰਦੀ ਹੈ ਤੇ ਹਰ ਮਹੀਨੇ ਦੀ ਸ਼ੁਰੂਆਤ ਜਦੋਂ ਕ੍ਰੀਸੈਂਟ ਫਾਰਮ ਦਾ ਚੰਨ ਦਿਸਦਾ ਹੈ ਨਾ, ਉਦੋਂ ਹੁੰਦੀ ਹੈ। ਹਿਜਰੀ ਈਅਰ ਸੋਲਰ ਈਅਰ ਤੋਂ 11 ਦਿਨ ਛੋਟਾ ਹੈ, ਕਿਉਂਕਿ ਇਹ ਹੁਣ ਹਿਜਰੀ ਈਅਰ ਸੋਲਰ ਈਅਰ ਤੋਂ 11 ਦਿਨ ਛੋਟਾ ਹੁੰਦਾ ਹੈ। ਇਸ ਲਈ ਕੋਈ ਵੀ ਜੋ ਇਸਲਾਮ ਧਰਮ ਦਾ ਤਿਉਹਾਰ ਹੈ, ਜਿਵੇਂ ਕਿ ਰਮਜ਼ਾਨ ਦੇ ਵਰਤ ਹੋ ਗਏ, ਈਦ ਜਾਂ ਹਜ, ਉਹ ਕਿਸੇ ਵੀ ਸੀਜ਼ਨ ਨਾਲ ਕੋਰਸਪੌਂਡ ਨਹੀਂ ਕਰਦਾ, ਭਾਵ ਕਿਸੇ ਵੀ ਸੀਜ਼ਨ ਨਾਲ ਮੇਲ ਨਹੀਂ ਖਾਂਦਾ। ਇਹ ਆਸਾਨ ਨਹੀਂ ਹੈ ਕਿ ਹਿਜਰੀ ਕੈਲੰਡਰ ਦੀਆਂ ਡੇਟਸ ਗ੍ਰਿਗੋਰੀਅਨ ਕੈਲੰਡਰ ਦੀਆਂ ਡੇਟਸ ਨਾਲ ਮੈਚ ਕਰ ਜਾਣ। ਜੋ ਆਪਣਾ ਜਨਵਰੀ ਫੈਬਰੀ ਆਪਣਾ ਜੋ ਕੈਲੰਡਰ ਹੈ, ਇਸ ਨੂੰ ਗ੍ਰਿਗੋਰੀਅਨ ਕੈਲੰਡਰ ਕਹਿੰਦੇ ਆ। ਜੇਕਰ ਕਿਸੇ ਵਿਅਕਤੀ ਨੇ ਇਹਨਾਂ ਦੋਵੇਂ ਕੈਲੰਡਰਸ ਵਿੱਚ ਕੋਈ ਸਿਮਿਲੈਰਿਟੀ ਦੇਖਣੀ ਹੋਵੇ ਤਾਂ ਉਹਨਾਂ ਨੂੰ ਇਸ ਫਾਰਮੂਲਾ ਦੀ ਵਰਤੋਂ ਕਰਨੀ ਪਵੇਗੀ, h into 32 by 33 plus 622 is equal to c, ਜਾਂ ਫਿਰ c minus 622 into 33 upon 32 is equal to h। ਕਿਸੇ ਵੀ ਧਰਮ ਦੀ ਹੁਣ ਤਰੱਕੀ ਦੀ ਗੱਲ ਆਪਾਂ ਕਰੀਏ, ਉਹ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਉਸ ਧਰਮ ਨੂੰ ਮੰਨਣ ਵਾਲਿਆਂ ਦਾ ਸਮਾਜ ਕਿਵੇਂ ਤਰੱਕੀ ਕਰ ਰਿਹਾ ਹੈ, ਉਹਨਾਂ ਦੀ ਸਥਿਤੀ ਕੀ ਹੈ। ਇਹ ਸਮਾਜ ਅੰਦਰੋਂ ਪੂਰੀ ਤਰ੍ਹਾਂ ਮਜ਼ਬੂਤ ਹੋਣਾ ਚਾਹੀਦਾ ਹੈ ਤੇ ਬਾਹਰ ਦੇ ਹਮਲਿਆਂ ਤੋਂ ਵੀ ਸੁਰੱਖਿਅਤ ਹੋਵੇ, ਫੇਰ ਹੀ ਕੋਈ ਧਰਮ ਤਰੱਕੀ ਕਰ ਸਕਦਾ ਹੈ। ਇਸ ਤਰ੍ਹਾਂ ਦੀ ਸੁਰੱਖਿਆ ਦੇ ਲਈ ਰਾਜਨੀਤਿਕ ਸੁਰੱਖਿਆ ਦੀ ਬਹੁਤ ਜ਼ਰੂਰਤ ਹੁੰਦੀ ਹੈ, ਜਿਵੇਂ ਕਿ ਸਟੇਟ ਹੋ ਗਏ ਜਾਂ ਸਰਕਾਰ ਹੋ ਗਈ, ਉਹ ਲੋਕਾਂ ਦੀ ਸੁਰੱਖਿਆ ਕਰੇ। ਭਾਵੇਂ ਇਸ ਤਰ੍ਹਾਂ ਦੀ ਸੁਰੱਖਿਆ ਸਾਨੂੰ ਵਿਰਸੇ ਵਿੱਚੋਂ ਹੀ ਮਿਲੀ ਹੋਵੇ
ਜਾਂ ਕਿਤੇ ਬਾਹਰ ਤੋਂ ਪ੍ਰਾਪਤ ਕੀਤੀ ਗਈ ਹੋਵੇ, ਜਾਂ ਜ਼ੀਰੋ ਤੋਂ ਅਸੀਂ ਇਹ ਸ਼ੁਰੂਆਤ ਕੀਤੀ ਹੈ ਸੁਰੱਖਿਆ ਦੀ, ਆਪਣੇ ਸਮਾਜ ਦੀ ਸੁਰੱਖਿਆ ਕਰਨਾ ਅਸੀਂ ਆਪ ਹੀ ਸਟਾਰਟ ਕੀਤਾ ਹੈ, ਜਾਂ ਪਹਿਲਾਂ ਤੋਂ ਹੀ ਸਾਨੂੰ ਇਹ ਮਿਲਦੀ ਆ ਰਹੀ ਹੈ। ਮਦੀਨਾ ਵਿੱਚ ਮੁਹੰਮਦ ਨੇ ਇਸੇ ਅਨੁਸਾਰ ਹੀ ਆਪਣਾ ਜੋ ਪੋਲੀਟੀਕਲ ਆਰਡਰ ਸੀ ਉਹ ਸਟਾਰਟ ਕੀਤਾ ਸੀ। ਲੋਕਾਂ ਨੂੰ ਉਹ ਸੁਰੱਖਿਆ ਮਿਲ ਰਹੀ ਸੀ ਜੋ ਉਹ ਚਾਹੁੰਦੇ ਸੀ, ਤੇ ਨਾਲ ਹੀ ਸ਼ਹਿਰ ਅੰਦਰ ਲੋਕਾਂ ਵਿਚਲੇ ਜੋ ਤਣਾਅ ਨੂੰ ਵੀ ਉਸਨੇ ਕਾਫੀ ਹੱਦ ਤੱਕ ਹੱਲ ਕੀਤਾ। ਇਹ ਜੋ ਉਮਾ ਬਣਾਇਆ ਗਿਆ ਸੀ, ਸਮਾਜ ਇਹ ਬਣਾਇਆ ਗਿਆ ਸੀ, ਇਸ ਨੂੰ ਇੱਕ ਵੱਡੇ ਸਮਾਜ ਵਿੱਚ ਬਦਲਿਆ ਗਿਆ, ਜਿਸ ਵਿੱਚ ਅਲੱਗ-ਅਲੱਗ ਦੇਵੀ ਦੇਵਤਿਆਂ ਨੂੰ ਮੰਨਣ ਵਾਲੇ ਲੋਕ ਵੀ ਸ਼ਾਮਲ ਸੀ, ਤੇ ਮਦੀਨਾ ਦੇ ਜਿਊਜ਼ ਵੀ ਸ਼ਾਮਲ ਸੀ, ਤੇ ਪੋਲੀਟੀਕਲ ਲੀਡਰਸ਼ਿਪ ਪੂਰੀ ਮੁਹੰਮਦ ਦੇ ਹੱਥ ਵਿੱਚ ਹੀ ਸੀ। ਮੁਹੰਮਦ ਨੇ ਆਪਣੇ ਮੰਨਣ ਵਾਲਿਆਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ, ਕਈ ਤਰ੍ਹਾਂ ਦੇ ਰੀਤੀ ਰਿਵਾਜਾਂ ਵਿੱਚ ਸੁਧਾਰ ਕੀਤੇ, ਕਈ ਨਵੇਂ ਰੀਤੀ ਰਿਵਾਜ ਵੀ ਬਣਾਏ, ਅਤੇ ਕਈ ਸਿਧਾਂਤ ਮੁਹੰਮਦ ਨੇ ਆਪਣੇ ਬਣਾਏ। ਇਹ ਸਮਾਜ ਖੇਤੀਬਾੜੀ, ਵਪਾਰ ਜਾਂ ਫਿਰ ਜੋ ਟੈਕਸ ਵਗੈਰਾ ਮਿਲਦਾ ਸੀ ਦਾਨ ਵਿੱਚ, ਉਸ ਨਾਲ ਗੁਜ਼ਾਰਾ ਕਰ ਰਿਹਾ ਸੀ। ਤੇ ਇਹ ਮਦੀਨਾ ਵਾਲੇ ਮੁਸਲਮਾਨ ਕਈ ਵਾਰ ਮੱਕਾ ਵਾਲੇ ਲੋਕਾਂ ਉੱਤੇ ਹਮਲਾ ਕਰਕੇ ਉਹਨਾਂ ਤੋਂ ਲੁੱਟ ਖੋਹ ਵੀ ਕਰ ਲੈਂਦੇ ਸੀ। ਇਸ ਤਰ੍ਹਾਂ ਮੱਕਾ ਦੇ ਲੋਕਾਂ ਵਿੱਚ ਤੇ ਮਦੀਨਾ ਦੇ ਲੋਕਾਂ ਵਿੱਚ, ਜੋ ਮਦੀਨਾ ਦੇ ਜਿਊਜ਼ ਵਗੈਰਾ ਸਨ, ਉਹਨਾਂ ਵਿੱਚ ਇੱਕ ਲੜਾਈ ਸ਼ੁਰੂ ਹੋ ਗਈ। ਲਗਾਤਾਰ ਲੜਾਈ ਇਹ ਚੱਲਦੀ ਰਹੀ, ਤੇ ਇਸ ਲਗਾਤਾਰ ਲੜਾਈ ਤੋਂ ਬਾਅਦ ਮੱਕਾ ਨੂੰ ਜਿੱਤ ਲਿਆ ਗਿਆ। ਮਦੀਨਾ ਦੇ ਲੋਕਾਂ ਨੇ ਮੱਕਾ ਨੂੰ ਜਿੱਤ ਲਿਆ, ਤੇ ਮੁਹੰਮਦ ਦੀ ਸਥਿਤੀ ਹੁਣ ਇੱਕ ਧਾਰਮਿਕ ਪ੍ਰੀਚਰ ਅਤੇ ਪੋਲੀਟੀਕਲ ਲੀਡਰ ਦੇ ਤੌਰ ਤੇ ਕਾਫੀ ਵੱਧ ਗਈ। ਮੁਹੰਮਦ ਹੁਣ ਇੱਕ ਕ੍ਰਾਈਟੇਰੀਆ ਉੱਤੇ ਜ਼ੋਰ ਦੇਣ ਲੱਗਿਆ, ਜਿਸਨੇ ਵੀ ਇਸ ਸਮਾਜ ਦਾ ਮੈਂਬਰ ਬਣਨਾ ਹੈ ਉਸਨੂੰ ਕੁਝ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਹ ਕ੍ਰਾਈਟੇਰੀਆ ਮੁਹੰਮਦ ਨੇ ਹੁਣ ਅਪਣਾ ਲਿਆ। ਮੁਹੰਮਦ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਬੀਲਿਆਂ ਨੇ ਮੁਹੰਮਦ ਨੂੰ ਜੁਆਇਨ ਕਰ ਲਿਆ। ਇਹਨਾਂ ਵਿੱਚ ਮੁੱਖ ਤੌਰ ਤੇ ਨੋਮੈਡਿਕ ਲੋਕ ਸਨ, ਜਿਨ੍ਹਾਂ ਨੇ ਇਸਲਾਮ ਧਰਮ ਨੂੰ ਅਪਣਾ ਲਿਆ। ਮੁਹੰਮਦ ਦੇ ਸਬੰਧ ਦੂਰ ਦੂਰ ਤੱਕ ਹੁਣ ਫੈਲਣ ਲੱਗੇ, ਜਦ ਤੱਕ ਪੂਰਾ ਅਰੇਬੀਆ ਉਸਦੇ ਅੰਡਰ ਨਾ ਆ ਗਿਆ। ਮਦੀਨਾ ਹੁਣ ਨਵੇਂ ਉੱਭਰ ਰਹੇ ਇਸਲਾਮ ਧਰਮ ਦੀ ਕੈਪੀਟਲ ਬਣਾ ਦਿੱਤਾ ਗਿਆ, ਜਿੱਥੇ ਪ੍ਰਬੰਧਕੀ ਕੰਮ ਚਲਾਏ ਜਾਂਦੇ ਸਨ, ਤੇ ਮੱਕਾ ਇੱਕ ਧਾਰਮਿਕ ਕੇਂਦਰ ਬਣ ਗਿਆ ਸੀ, ਕਿਉਂਕਿ ਹੁਣ ਮੱਕਾ ਨੂੰ ਵੀ ਇਹਨਾਂ ਨੇ ਜਿੱਤ ਲਿਆ ਸੀ ਮਦੀਨਾ ਵਾਲਿਆਂ ਨੇ, ਤੇ ਹੁਣ ਮੱਕਾ ਨੂੰ ਉਹਨਾਂ ਨੇ ਇੱਕ ਧਾਰਮਿਕ ਕੇਂਦਰ ਬਣਾ ਦਿੱਤਾ, ਕਿਉਂਕਿ ਕਾਬਾ ਸੀ ਉੱਥੇ, ਅਤੇ ਮਦੀਨਾ ਦੇ ਵਿੱਚ ਕੀ ਹੈ, ਜੋ ਸਾਰੇ ਪ੍ਰਬੰਧਕੀ ਕੰਮ ਸਨ ਉਹ ਚਲਾਏ ਜਾਂਦੇ ਸਨ। ਕਾਬਾ ਨੂੰ ਖਾਲੀ ਕਰਵਾ ਲਿਆ ਗਿਆ, ਤੇ ਮੁਸਲਮਾਨਾਂ ਲਈ ਇਹ ਜ਼ਰੂਰੀ ਕਰ ਦਿੱਤਾ ਗਿਆ ਕਿ ਉਹ ਮਸਜਿਦ ਵੱਲ ਮੂੰਹ ਕਰਨਗੇ ਜਦ ਉਹ ਨਮਾਜ਼ ਪੜ੍ਹ ਰਹੇ ਹੋਣਗੇ। ਬੜੇ ਥੋੜੇ ਹੀ ਸਮੇਂ ਵਿੱਚ ਮੁਹੰਮਦ ਅਰੇਬੀਆ ਦੇ ਇੱਕ ਵੱਡੇ ਭਾਗ ਨੂੰ ਇਕਜੁੱਟ ਕਰਨ ਵਿੱਚ ਕਾਮਯਾਬ ਰਿਹਾ, ਜਿਸ ਦਾ ਇੱਕ ਨਵਾਂ ਵਿਸ਼ਵਾਸ, ਇਸ ਸਮਾਜ ਦਾ ਇੱਕ ਨਵਾਂ ਵਿਸ਼ਵਾਸ ਹੋ ਗਿਆ, ਨਵਾਂ ਇੱਕ ਸਮਾਜ ਬਣਿਆ, ਤੇ ਨਵੀਂ ਸਟੇਟ ਸੀ। ਜੋ ਪਹਿਲਾਂ ਦੀ ਇਸਲਾਮਿਕ ਪਾਲਿਸੀ ਸੀ ਉਹ ਪਹਿਲਾਂ ਦੀ ਤਰ੍ਹਾਂ ਅਰੈਬ ਟ੍ਰਾਈਬਸ ਦੇ ਅੰਡਰ ਹੀ ਰਹੀ, ਤੇ ਕਾਫੀ ਸਮੇਂ ਤੱਕ ਉਸੇ ਤਰ੍ਹਾਂ ਚੱਲਦਾ ਰਿਹਾ। Okay students, we will continue this chapter in our next video lecture. I hope you have liked this Punjabi explanation. If you have not subscribed this lesson, this channel, if you have not subscribed, then please subscribe it to get new video lectures of this chapter and the next chapters also. Thanks.